गायनेकोलॉजिस्ट ਸਾਡੇ ਕੋਲ ਨਹੀਂ ਹੈ, ਸਕਿਨ ਸਪੈਸ਼ਲਿਸਟ ਨਹੀਂ ਹੈ, ਚੈਸਟ ਐਂਡ ਟੀਬੀ ਵਾਲੇ ਕੋਈ ਡਾਕਟਰ ਨਹੀਂ ਹੈ, ਐਮਰਜੈਂਸੀ ਮੈਡੀਕਲ ਆਫਿਸਰਸ ਵੀ ਘੱਟ ਨੇ ਔਰ ਸਟਾਫ ਦੇ ਵਿੱਚ ਵੀ ਸਾਡੇ ਕੋਲ ਕਾਫੀ ਡੈਫੀਸ਼ੀਐਂਸੀਜ਼ ਨੇ। ਸਾਡੇ 13-14 ਸਾਡੇ ਸਟਾਫ ਮੈਂਬਰ ਜਿਹੜੇ ਉਹ ਡੈਪੂਟੇਸ਼ਨ 'ਤੇ ਲਗਾਏ ਹੋਏ ਨੇ। ਕੋਈ ਸਿਵਲ ਹਸਪੀਟਲ 'ਚ ਹੈ, ਕੋਈ ਸਿਵਲ ਸਰਜਨ ਆਫਿਸ 'ਚ ਹੈ, ਕੋਈ ਚਵਿੰਡਾ ਦੇ ਵੀ ਲੱਗਾ ਹੋਇਆ ਹੈ, ਕੋਈ ਜੇਲ੍ਹ 'ਚ ਲੱਗਾ ਹੋਇਆ ਹੈ। ਸੋ ਐਵਰੀਬਡੀ ਔਨ ਦੇਅਰ ਓਨ ਕਨਵੀਨੀਅੰਸ। ਕੋਲ ਇੱਕ ਸਿੰਪਲ ਜਿਹੀ ਚੀਜ਼, ਇੱਕ ਪੋਰਟੇਬਲ ECG ਮਸ਼ੀਨ ਉਹ ਸਾਡੇ ਕੋਲ ਨਹੀਂ ਹੈ। ਦੇਖੋ ਪੋਰਟੇਬਲ ਐਕਸਰੇ ਮਸ਼ੀਨ ਵੀ ਨਹੀਂ ਹੈ। ਜਦੋਂ ਵੀ ਐਂਬੂਲੈਂਸ ਸਾਡੇ ਕੋਲ ਨਹੀਂ ਹੈ, ਜਿਹੜੀ ਸਾਡੀ ਐਂਬੂਲੈਂਸ ਪਈ ਹੈ ਉਹ ਖਰਾਬ ਹੈ। ਔਰ ਡਰਾਈਵਰ ਸਾਡੇ ਕੋਲ ਪਹਿਲੇ ਹੁੰਦੇ ਸੀ, ਉਹ ਡਰਾਈਵਰ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕੋਈ ਡਰਾਈਵਰ ਇਹਨਾਂ ਨੇ ਅਪਾਇੰਟ ਨਹੀਂ ਕੀਤੇ। ਲੇਕਿਨ ਇਹ ਓਟ ਵਾਲੇ ਪੇਸ਼ੈਂਟ ਜਿਹੜੇ ਆ ਇਹ ਦਵਾਈ ਲੈ ਕੇ ਘਰ ਨਹੀਂ ਜਾਂਦੇ, ਇਹ ਸਾਰਾ ਦਿਨ ਇੱਥੇ ਰਹਿ ਕੇ ਖਰਾਬੀ ਕਰਦੇ ਨੇ। ਔਰ ਇੱਕ ਵਾਰੀ ਤਾਂ ਇਹਨਾਂ ਨੇ ਸਾਡੇ ਇੱਕ ਡਾਕਟਰ ਸਾਹਿਬ ਹੈਗੇ, ਉਹਨਾਂ ਦੇ ਕਾਰ ਦੇ ਸ਼ੀਸ਼ੇ ਵੀ ਤੋੜਤੇ, ਸਾਡੇ ਇੱਕ ਸਿਕਿਉਰਿਟੀ ਗਾਰਡ ਦੀ ਬਾਂਹ ਵੀ ਇੰਜਰ ਕਰਤੀ ਸੀਗੀ, ਔਰ ਇੱਕ ਤਾਂ ਕੁਲਾੜੀ ਲੈ ਕੇ ਮੇਰੇ ਆਫਿਸ 'ਚ ਵੀ ਆ ਗਿਆ ਸੀ। ਸੋ ਇਹਨਾਂ ਤੋਂ ਸਾਨੂੰ ਕੀ ਜ਼ਰੂਰਤਾਂ ਜਿਹੜੀਆਂ ਹੈਗੀਆਂ ਇੱਥੇ ਮੁੱਢਲੀਆਂ ਹੈਗੀਆਂ, ਜਿਹੜੀਆਂ ਘਾਟਾਂ ਹੈਗੀਆਂ ਪੂਰੀਆਂ ਕਰਨੀਆਂ? ਇੱਕ ਤਾਂ ਜੀ ਸਭ ਤੋਂ ਪਹਿਲਾਂ ਤਾਂ ਕੁਝ ਸਾਡੇ ਸਪੈਸ਼ਲਿਸਟ ਸਾਡੇ ਕੋਲ ਘੱਟ ਨੇ, ਗਾਇਨੇਕੋਲॉजिस्ट ਸਾਡੇ ਕੋਲ ਨਹੀਂ ਹੈ, ਸਕਿਨ ਸਪੈਸ਼ਲਿਸਟ ਨਹੀਂ ਹੈ, ਚੈਸਟ ਐਂਡ ਟੀਬੀ ਵਾਲੇ ਕੋਈ ਡਾਕਟਰ ਨਹੀਂ ਹੈ। ਔਰ ਇਸ ਤੋਂ ਇਲਾਵਾ ਸਾਡੇ ਕੋਲ ਐਮਰਜੈਂਸੀ ਮੈਡੀਕਲ ਆਫਿਸਰਸ ਵੀ ਘੱਟ ਨੇ ਔਰ ਸਟਾਫ ਦੇ ਵਿੱਚ ਵੀ ਸਾਡੇ ਕੋਲ ਕਾਫੀ ਡੈਫੀਸ਼ੀਐਂਸੀਜ਼ ਨੇ। ਸਾਡੇ 13-14 ਸਾਡੇ ਸਟਾਫ ਮੈਂਬਰ ਜਿਹੜੇ ਉਹ ਡੈਪੂਟੇਸ਼ਨ 'ਤੇ ਲਗਾਏ ਹੋਏ ਨੇ। ਕੋਈ ਸਿਵਲ ਹਸਪੀਟਲ 'ਚ ਹੈ, ਕੋਈ ਸਿਵਲ ਸਰਜਨ ਆਫਿਸ 'ਚ ਹੈ, ਕੋਈ ਚਵਿੰਡਾ ਦੇ ਵੀ ਲੱਗਾ ਹੋਇਆ ਹੈ, ਕੋਈ ਜੇਲ੍ਹ 'ਚ ਲੱਗਾ ਹੋਇਆ ਹੈ। ਸੋ ਐਵਰੀਬਡੀ ਔਨ ਦੇਅਰ ਓਨ ਕਨਵੀਨੀਅੰਸ ਡੈਪੂਟੇਸ਼ਨ ਕਰਵਾ ਲੈਂਦੇ ਨੇ, ਕਿਉਂਕਿ ਬਾਬਾ ਬਕਾਲਾ ਇਜ਼ ਵੈਰੀ ਫਾਰ ਫਲੰਗ, ਲੋਕ ਆ ਕੇ ਰਾਜੀ ਨਹੀਂ ਹੁੰਦੇ। ਸੋ ਸਾਨੂੰ ਪਹਿਲੇ ਤਾਂ ਆਪਣਾ ਡੈਪੂਟੇਸ਼ਨ ਵਾਲਾ ਸਟਾਫ ਸਾਰਾ ਵਾਪਸ ਚਾਹੀਦਾ ਜੀ, ਠੀਕ ਹੈ। ਉਸ ਤੋਂ ਬਾਅਦ ਸਾਡੇ ਸਪੈਸ਼ਲਿਸਟਾਂ ਦੀਆਂ ਕਮੀਆਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਣ। ਔਰ ਉਸ ਤੋਂ ਬਾਅਦ ਨੈਕਸਟ ਆ ਜਾਂਦੀ ਗੱਲ ਇਨਫਰਾਸਟਰਕਚਰ ਦੀ ਅਤੇ ਇਕੁਇਪਮੈਂਟ ਦੀ। ਇਨਫਰਾਸਟਰਕਚਰ ਵਿੱਚ ਸਾਡੀ ਰੈਨੋਵੇਸ਼ਨ ਚੱਲ ਰਹੀ ਹੈ। ਉਹਦੇ ਵਿੱਚ ਸਾਡਾ ਕਾਫੀ ਪਹਿਲੇ ਵਾਟਰ ਦੀ ਪ੍ਰੋਬਲਮ, ਸੀਵਰੇਜ ਦੀ ਪ੍ਰੋਬਲਮ, ਅਸੀਂ ਕਾਫੀ ਨਾਲ ਜਿਹੜੇ ਬਹੁਤ ਅਸੈਂਸ਼ੀਅਲ ਸੀ ਅਸੀਂ ਕਰਦੇ ਵੀ ਰਹੇ, ਉਹ ਅਸੀਂ ਹੁਣ ਵੀ ਕਰ ਰਹੇ ਹਾਂ। ਔਰ ਹੁਣ ਗਵਰਨਮੈਂਟ ਵੱਲੋਂ ਰੈਨੋਵੇਸ਼ਨ ਦੀ ਚੱਲ ਰਹੀ ਹੈ ਸਕੀਮ। ਉਹ ਸਾਡਾ ਸਾਰਾ ਆਲਮੋਸਟ ਹਸਪੀਟਲ ਜਿਹੜਾ ਉਹ 'ਚ ਬਾਥਰੂਮ ਵੀ ਬਣਨਗੇ, ਉਹਦੇ ਵਿੱਚ ਸਾਰੇ ਡੋਰਸ ਵਗੈਰਾ ਇਹ ਸਾਰੇ ਠੀਕ ਹੋਣਗੇ, ਟਾਈਲਿੰਗ ਹੋ ਜਾਏਗੀ ਔਰ ਹਸਪੀਟਲ ਦੀ ਆਊਟਲੁੱਕ ਜਿਹੜੀ ਹੈ ਉਹ ਇਨ ਟੋਟਲ ਇੰਪਰੂਵ ਹੋ ਜਾਏਗੀ। ਨੈਕਸਟ ਕਮਸ ਆਰ ਐਮਰਜੈਂਸੀ ਸਰਵਿਸਿਜ਼। ਐਮਰਜੈਂਸੀ ਸਰਵਿਸਿਜ਼ ਨੂੰ ਅੱਛੀ ਤਰ੍ਹਾਂ ਚਲਾਉਣ ਵਾਸਤੇ, ਰੈਗੂਲਰਲੀ ਚਲਾਉਣ ਵਾਸਤੇ ਸਾਡੇ ਕੋਲ ਰਾਊਂਡ ਦਾ ਕਲੌਕ EMOs ਹੋਣੇ ਚਾਹੀਦੇ ਆ, ਹੋਰ ਸਟਾਫ ਮੈਂਬਰਸ ਵੀ ਚਾਹੀਦੇ ਆ। ਇਕੁਇਪਮੈਂਟ ਸਾਡੇ ਕੋਲ ਕਾਫੀ ਸ਼ਾਰਟ ਹੈਗੀ ਆ, ਲਾਈਕ ਸਾਡੇ ਕੋਲ ਇੱਕ ਸਿੰਪਲ ਜਿਹੀ ਚੀਜ਼, ਇੱਕ ਪੋਰਟੇਬਲ ECG ਮਸ਼ੀਨ ਉਹ ਸਾਡੇ ਕੋਲ ਨਹੀਂ ਹੈ ਔਰ ਸਾਡੇ ਕੋਲ ਪੋਰਟੇਬਲ ਐਕਸਰੇ ਮਸ਼ੀਨ ਵੀ ਨਹੀਂ ਹੈ। ਜਦੋਂ ਵੀ ਪੇਸ਼ੈਂਟ ਦੀ ਕਰਨੀ ਹੁੰਦੀ ਉਹਨੂੰ ਸਟੈਟਿਕ ਇੱਕ ਜਗ੍ਹਾ 'ਤੇ ਜਾ ਕੇ ਕਰਨਾ ਪੈਂਦਾ। ਔਰ ਇੱਕ ਸਭ ਤੋਂ ਵੱਡੀ ਹੋਰ ਜਿਹੜੀ ਸਾਡੀ ਡੈਫੀਸਿਟ ਹੈ ਉਹ ਹੈ ਐਂਬੂਲੈਂਸ ਦਾ। ਐਂਬੂਲੈਂਸ ਸਾਡੇ ਕੋਲ ਨਹੀਂ ਹੈ, ਜਿਹੜੀ ਸਾਡੀ ਐਂਬੂਲੈਂਸ ਪਈ ਹੈ ਉਹ ਖਰਾਬ ਹੈ। ਔਰ ਡਰਾਈਵਰ ਸਾਡੇ ਕੋਲ ਪਹਿਲੇ ਹੁੰਦੇ ਸੀ, ਉਹ ਡਰਾਈਵਰ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕੋਈ ਡਰਾਈਵਰ ਇਹਨਾਂ ਨੇ ਅਪਾਇੰਟ ਨਹੀਂ ਕੀਤੇ। ਔਰ ਐਂਬੂਲੈਂਸ ਸਾਡੇ ਕੋਲ ਪਈ ਹੈ, ਉਹ ਰਾਈਟ ਆਫ ਹੋਣ ਵਾਲੀ ਹੈ, ਬਿਯੋਂਡ ਰਿਪੇਅਰ। ਅਸੀਂ ਉਹਨੂੰ 2-3 ਵਾਰੀ ਰਿਪੇਅਰ ਕਰਾ ਕੇ ਚਲਾ ਕੇ ਦੇਖ ਵੀ ਚੁੱਕੇ ਹਾਂ। ਸੋ ਸਾਨੂੰ 108 ਉੱਤੇ ਡਿਪੈਂਡ ਹੋਣਾ ਪੈਂਦਾ ਰੈਫਰ ਜਦੋਂ ਕੇਸ ਆਪਾਂ ਕਰਦੇ ਹਾਂ। ਰੈਫਰ ਕਰਨੇ ਉਦੋਂ ਸਾਨੂੰ ਪੈਂਦੇ ਆ ਜਦੋਂ ਪੇਸ਼ੈਂਟ ਦਾ ਇਲਾਜ ਇੱਥੇ ਪੋਸੀਬਲ ਨਹੀਂ ਹੁੰਦਾ। ਅਨਨੈਸੈਸਰੀ ਰੈਫਰਲ ਸਾਡੇ ਹਸਪੀਟਲ 'ਚ ਨਹੀਂ ਹੁੰਦਾ, ਕਿਉਂਕਿ ਜਦੋਂ ਹਸਪੀਟਲ ਵਿੱਚ ਸਾਰੇ ਸਪੈਸ਼ਲਿਸਟ ਮੌਜੂਦ ਨਾ ਹੋਣ, ਵੈਂਟੀਲੇਟਰ ਦੀ ਸੁਵਿਧਾ ਨਾ ਹੋਵੇ ਤੇ ਸੀਰੀਅਸ ਪੇਸ਼ੈਂਟ ਆਪਾਂ ਇੱਥੇ ਰੱਖ ਨਹੀਂ ਸਕਦੇ। ਇਹ ਇੱਕ ਪੈਰੀਫਰਲ ਵਿਲੇਜ ਦਾ ਹਸਪੀਟਲ ਹੈ ਜਿੱਥੇ ਕਿ ਜਦੋਂ ਕੋਈ ਪੇਸ਼ੈਂਟ ਆ ਜਾਂਦਾ ਐਕਸੀਡੈਂਟ ਵਾਲਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਫਟਾਫਟ ਇੱਕ ਫਸਟ ਏਡ ਦੇ ਕੇ, ਅਗਰ ਕਿਸੇ ਦੀ ਇੱਥੇ ਆਪਰੇਟ ਹੋਣ ਵਾਲਾ ਹੈ ਤੇ ਆਪਾਂ ਸਾਡੇ ਆਰਥੋਪੈਡਿਸ਼ੀਅਨ ਉਸੇ ਵੇਲੇ ਅਟੈਂਡ ਕਰ ਲੈਂਦੇ ਨੇ, ਉਹ ਬਟਾਲੇ ਤੋਂ ਆਉਂਦੇ ਨੇ। ਤੇ ਅਗਰ ਕੋਈ ਪੇਸ਼ੈਂਟ ਇੱਦਾਂ ਦਾ ਹੁੰਦਾ ਜਿਹਨੂੰ ਉਹਨਾਂ ਨੂੰ ਪਤਾ ਹੈ ਕਿ ਪੈਨਲ ਆਫ ਡਾਕਟਰਸ ਚਾਹੀਦੇ ਆ ਔਰ ਅੱਛਾ ਹਸਪੀਟਲ ਚਾਹੀਦਾ ਹੈ, ਐਡਜੈਸੈਂਟ ਵੈਂਟੀਲੇਟਰ ਵਾਲਾ ਜਿਹੜਾ ICU ਚਾਹੀਦਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਪੇਸ਼ੈਂਟ ਫਿਰ ਆਪਾਂ ਨੂੰ ਰੈਫਰ ਕਰਨੇ ਪੈਂਦੇ। ਕਹਿ ਸਕਦੇ ਹਾਂ ਇਸ ਤੋਂ ਇਲਾਵਾ ਕੁਛ ਇੱਕ ਲੋੜਾਂ ਹੈਗੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੇ ਵੱਲੋਂ ਪੂਰੀਆਂ ਕੀਤੀਆਂ ਜਾ ਸਕਦੀਆਂ, ਜਿਹਦੇ ਵਿੱਚ ਆਪਾਂ ਕਹੀਏ ਡਸਟਬਿਨਸ ਹੈਗੇ ਇੱਥੇ, ਜਾਂ ਪਾਣੀ ਦੀ ਸਮੱਸਿਆ ਹੈਗੀ, ਪੀਣ ਯੋਗ ਪਾਣੀ ਦੀ, ਬੈਠਣ ਨੂੰ ਸਾਫ਼ ਜਗ੍ਹਾ ਨਹੀਂ ਹੈਗੀ ਉਹ ਚੀਜ਼ਾਂ ਤੇ ਚਲੋ ਮਤਲਬ ਕਹੀਏ ਕਿ ਤੁਹਾਡੇ ਕੋਲੇ ਜੇ ਸਟਾਫ ਹੈਗਾ ਤਾਂ ਉਹ ਕਰਵਾ ਸਕਦੇ। ਬਿਲਕੁਲ ਜੀ, ਸਾਡਾ ਜਿਹੜਾ ਆਊਟਡੋਰ ਹੈਗਾ ਸੀ ਉਹ ਰੈਨੋਵੇਸ਼ਨ ਦੇ ਅੰਡਰ ਹੈ। ਸੋ ਟੈਂਪਰੇਰੀਲੀ ਆਪਾਂ ਪੇਸ਼ੈਂਟਸ ਦੀ OPD ਸਾਡੇ ਇੱਥੇ ਰੈਜ਼ੀਡੈਂਸ ਬਣੇ ਹੋਏ ਨੇ, SMO ਦੇ ਰੈਜ਼ੀਡੈਂਸ, ਕਲਾਸ 3 ਦੇ ਰੈਜ਼ੀਡੈਂਸ ਬਣੇ ਹੋਏ ਨੇ ਵਿਚ ਹੈਵ ਨਾਟ ਬੀਨ ਟੇਕਨ ਅਪ। ਉਹ ਅਸੀਂ ਹਸਪੀਟਲ ਵਿੱਚ ਯੂਜ਼ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਆਪਣੀ OPD ਟੈਂਪਰੇਰੀਲੀ ਸ਼ਿਫਟ ਕੀਤੀ ਹੈ। ਔਰ ਉੱਥੇ ਆਲਮੋਸਟ ਹਰ ਰੂਮ ਦੇ ਨਾਲ ਅਟੈਚਡ ਬਾਥਰੂਮ ਹੈ। ਕੁਛ ਬਾਥਰੂਮ ਸਾਡੇ ਨੋਨ ਫੰਕਸ਼ਨਲ ਨੇ, ਉਹ ਹੁਣ ਇਸ ਕਰਕੇ ਅਸੀਂ ਉਹਨਾਂ ਨੂੰ ਠੀਕ ਨਹੀਂ ਕਰਾ ਪਾ ਰਹੇ ਕਿਉਂਕਿ ਰੈਨੋਵੇਸ਼ਨ ਕਰਕੇ ਕੁਛ ਪਾਈਪਾਂ ਇੱਧਰੋਂ ਟੁੱਟੀ ਹੋਈ ਹੈ, ਕੁਛ ਉੱਧਰੋਂ। ਅਤੇ ਅਗਰ ਅਸੀਂ ਉਹਨਾਂ ਨੂੰ ਸ਼ੁਰੂ ਕਰਵਾਉਂਦੇ ਹਾਂ ਉਹ ਪ੍ਰੋਪਰਲੀ ਠੀਕ ਨਹੀਂ ਹੋ ਪਾਏਗਾ, ਉਹ ਦੁਬਾਰਾ ਤੋਂ ਪਾਈਪਸ ਜਿਹੜੀਆਂ ਬਲੌਕ ਹੋ ਜਾਣਗੀਆਂ। ਇੱਕ ਰੋਡ ਨੂੰ ਲੈ ਕੇ ਜੇਕਰ ਗੱਲ ਕਿਹਾ ਗਿਆ ਹੈਗਾ
ਅਸੀਂ PWD ਵਾਲਿਆਂ ਨੂੰ ਵੀ ਕਿਹਾ ਹੋਇਆ ਜੀ, ਸਾਡੀਆਂ ਇੱਥੇ ਤਾਰਾਂ ਚੋਰੀ ਹੋ ਜਾਂਦੀਆਂ। ਸਾਡਾ ਇੱਥੇ ਲਿਕੁਇਡ ਪਲਾਂਟ ਲੱਗਾ ਹੋਇਆ, ਉਹਦੀਆਂ 2-3 ਵਾਰੀ ਤਾਰਾਂ ਵੀ ਚੋਰੀ ਹੋ ਗਈਆਂ। ਅਸੀਂ ਪੁਲਿਸ ਵਾਲਿਆਂ ਨੂੰ ਵੀ ਉਹਦੀ ਇਨਫੋਰਮੇਸ਼ਨ ਦਿੱਤੀ ਹੋਈ ਹੈ। ਤੇ ਸਿਕਿਉਰਿਟੀ ਗਾਰਡ ਸਾਡੇ ਕੋਲ ਘੱਟ ਹੈ ਜੀ, ਸੋ ਉਹਦੇ ਕਰਕੇ ਸਾਡੀ ਸਿਕਿਉਰਿਟੀ ਜਿਹੜੀ ਉਹ ਵੀ ਪ੍ਰੋਪਰ ਨਹੀਂ ਹੈਗੀ। ਐਕਸਕਿਊਜ਼ ਸੀਸੀਟੀਵੀ ਪ੍ਰੋਪਰ ਵਰਕਿੰਗ ਨਹੀਂ ਹੈਗੇ। CCTV ਇਜ਼ ਵਰਕਿੰਗ ਪ੍ਰੋਪਰਲੀ। ਕੀ ਕਹਿਣਾ ਚਾਹੋਗੇ ਜਿਹੜੀ ਨਵੀਂ ਸਰਕਾਰ ਆ ਰਹੀ ਹੈ ਕਿ ਜਿਸ ਸਰਕਾਰ ਤਰ੍ਹਾਂ ਦੀਆਂ ਹਦਾਇਤਾਂ ਹੈਗੀਆਂ ਉਸ ਹਿਸਾਬ ਨਾਲ ਬਿਲਕੁਲ ਕਹਿ ਸਕਦੇ ਕਿ ਹਸਪੀਟਲ ਦਾ ਸਟਾਫ ਜਿਹੜਾ ਉਹ ਤਿਆਰ ਹੋ ਗਈ ਤੇ ਉਹਦੇ ਵਾਸਤੇ ਜ਼ਰੂਰਤਾਂ ਜਿਹੜੀਆਂ? ਦੇਖੋ ਜੀ, ਹਸਪੀਟਲ ਦਾ ਸਟਾਫ ਸਾਰਾ ਵੈਲ ਕੁਆਲੀਫਾਈਡ ਹੈ, ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ। ਪੰਕਚੁਅਲਿਟੀ ਜਿਹੜੀ ਹੈ ਉਹ ਆਪਾਂ ਮੇਨਟੇਨ ਕਰਦੇ ਹਾਂ ਔਰ ਹੋਰ ਜ਼ਿਆਦਾ ਕਰਾਂਗੇ। ਰਾਊਂਡ ਦਾ ਕਲੌਕ ਐਮਰਜੈਂਸੀ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਉਹ ਅਸੀਂ ਕਰਾਂਗੇ। ਜਿਹੜੇ ਸਾਡੇ ਸਟਾਫ ਨਰਸਿਸ ਘੱਟ ਨੇ ਉਹਦੇ ਵਾਸਤੇ ਹੁਣ ਮੈਂ ਰਈਆ ਔਰ ਬਤਾਲਾ ਤੋਂ ਕੁਝ ਸਟਾਫ ਨਰਸਿਸ ਇੱਧਰ ਮੋਬਿਲਾਈਜ਼ ਕਰ ਰਹੀ ਹਾਂ, ਅਤੇ ਉੱਧਰ ਫਿਰ ਅਸੀਂ ਮਾਰਨਿੰਗ ਈਵਨਿੰਗ ਉੱਥੇ ਕੰਟੀਨਿਊ ਕਰਾਂਗੇ ਤਾਂ ਕਿ ਸਾਡਾ ਜਿਹੜਾ ਮੇਨ ਸੈਂਟਰ ਹੈ ਉੱਥੇ ਸਾਡੀ ਜਿਹੜੀ ਆ ਕਮੀ ਹੈ ਉਹ ਪੂਰੀ ਹੋ ਸਕੇ। ਬਾਕੀ ਇੱਕ ਸਾਡੀ ਬਹੁਤ ਵੱਡੀ ਸਮੱਸਿਆ ਓਟ ਸੈਂਟਰ ਦੀ ਹੈ ਜੀ। ਓਟ ਸੈਂਟਰ ਦੇ ਪੇਸ਼ੈਂਟ ਜਿਹੜੇ ਹੈਗੇ ਆ, ਤਕਰੀਬਨ ਅਸੀਂ ਰੋਜ਼ ਦੇ 600 ਪੇਸ਼ੈਂਟ ਕੈਟਰ ਕਰਦੇ ਹਾਂ। ਔਰ ਇਹ ਨਹੀਂ ਹੈ ਕਿ 600 ਪੇਸ਼ੈਂਟ ਬਾਬੇ ਬਕਾਲੇ ਦੇ ਹੀ ਨੇ, ਉਹ 600 ਪੇਸ਼ੈਂਟ ਮੀਆਂ ਵਿੰਡ, ਤਰਸਿੱਕਾ, ਮਹਿਤਾ ਸਾਰੇ ਇੱਥੇ ਆ ਜਾਂਦੇ ਆ। ਅਸੀਂ ਬਹੁਤ ਰੌਲਾ ਪਾ ਕੇ ਮਹਿਤੇ ਦਾ ਓਟ ਸੈਂਟਰ ਸ਼ੁਰੂ ਕਰਾਇਆ ਸੀ, ਲੇਕਿਨ ਫਿਰ ਵੀ ਉੱਥੋਂ ਦੇ ਜਿਹੜੇ ਸਾਰੇ ਪੇਸ਼ੈਂਟ ਆ ਉਹ ਆਪਣੇ ਕੋਲ ਇੱਥੇ ਆਉਂਦੇ ਦਵਾਈ ਲੈਣ, ਕਿਤੇ ਸਰਵਿਸਿਜ਼ ਉਹਨਾਂ ਨੂੰ ਸਹੀ ਮਿਲ ਜਾਂਦੀ ਹੈ। ਲੇਕਿਨ ਇਹ ਓਟ ਵਾਲੇ ਪੇਸ਼ੈਂਟ ਜਿਹੜੇ ਆ ਇਹ ਦਵਾਈ ਲੈ ਕੇ ਘਰ ਨਹੀਂ ਜਾਂਦੇ, ਇਹ ਸਾਰਾ ਦਿਨ ਇੱਥੇ ਰਹਿ ਕੇ ਖਰਾਬੀ ਕਰਦੇ ਨੇ। ਔਰ ਇੱਕ ਵਾਰੀ ਤਾਂ ਇਹਨਾਂ ਨੇ ਸਾਡੇ ਇੱਕ ਡਾਕਟਰ ਸਾਹਿਬ ਹੈਗੇ, ਉਹਨਾਂ ਦੇ ਕਾਰ ਦੇ ਸ਼ੀਸ਼ੇ ਵੀ ਤੋੜਤੇ, ਸਾਡੇ ਇੱਕ ਸਿਕਿਉਰਿਟੀ ਗਾਰਡ ਦੇ ਬਾਂਹ ਵੀ ਇੰਜਰ ਕਰਤੀ ਸੀਗੀ, ਔਰ ਇੱਕ ਤਾਂ ਕੁਲਾੜੀ ਲੈ ਕੇ ਮੇਰੇ ਆਫਿਸ 'ਚ ਵੀ ਆ ਗਿਆ ਸੀ। ਸੋ ਇਹਨਾਂ ਤੋਂ ਸਾਨੂੰ ਹਰ ਟਾਈਮ ਕੋਈ ਨਾ ਕੋਈ ਖਦਸ਼ਾ ਬਣਿਆ ਹੀ ਰਹਿੰਦਾ, ਥ੍ਰੈਟ ਹੈਗਾ ਜੀ। ਔਰ ਇਹ ਵੈਸੇ ਵੀ ਜਿਹੜੇ ਓਟ ਸੈਂਟਰਸ ਹੈਗੇ ਆ, ਇਹ ਹੌਲੀ ਹੌਲੀ ਪੇਸ਼ੈਂਟਸ ਨੂੰ ਜਿਹੜੀ ਟੇਪਰ ਆਫ ਕਰਕੇ ਦਵਾਈ ਬੰਦ ਹੋਣੀ ਚਾਹੀਦੀ ਹੈ। ਔਰ ਅਗਰ ਓਟ ਸੈਂਟਰ ਹੈਗੇ ਵੀ ਹੈ ਤਾਂ ਉਹ ਹਸਪੀਟਲ ਦੇ ਬਾਹਰ ਹੋਣੇ ਚਾਹੀਦੇ, ਤਾਂ ਕਿ ਪੇਸ਼ੈਂਟ ਸਾਡੇ ਜਿਹੜੇ ਪਰੇਸ਼ਾਨ ਨਾ ਹੋਣ। ਉਹ ਇੱਥੋਂ ਤੱਕ ਹੀ ਸੀਮਿਤ ਨਹੀਂ ਹੈਗੇ, ਉਹ ਕੀ ਕਰਦੇ ਨੇ, ਇੱਥੋਂ ਜਾ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ, ਉੱਥੇ ਜਾ ਕੇ ਉਹਨਾਂ ਸੰਗਤ ਨੂੰ ਪਰੇਸ਼ਾਨ ਕਰਦੇ ਨੇ। ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਸਾਡੇ ਕੋਲ ਆਈ ਸੀ ਸ਼ਿਕਾਇਤ ਲੈ ਕੇ ਕਿ ਤੁਸੀਂ ਆਪਣਾ ਓਟ ਸੈਂਟਰ ਇੱਥੋਂ ਕਿਤੇ ਹੋਰ ਲੈ ਕੇ ਜਾਓ, ਪਰ ਉਹ ਹੁਣ ਸਾਡੇ ਹੱਥ ਵਾਸਤੇ ਹੈ ਨਹੀਂ ਹੈ। ਉਹਦੇ ਵਾਸਤੇ ਤੇ ਗਵਰਨਮੈਂਟ ਨੂੰ ਸੋਚਣਾ ਪਏਗਾ ਕਿ ਓਟ ਸੈਂਟਰ ਦਾ ਕੀ ਕੀਤਾ ਜਾਵੇ। ਅਪਰੋਕਸੀਮਲੀ ਕਿੰਨਾ ਕੁ ਡੋਜ਼ ਜਿਹੜੀ ਹੈਗੀ ਆ ਇੱਕ ਦਿਨ ਦੀ? 600 ਪੇਸ਼ੈਂਟ ਸਾਡੇ ਅਸੀਂ ਕੇਟਰ ਕਰਦੇ ਹਾਂ। ਕਿੰਨੀ ਡੋਜ਼ ਦਿੰਦੇ ਜੀ? ਡੋਜ਼ ਕਿਸੇ ਪੇਸ਼ੈਂਟ ਨੂੰ ਇਕੁਅਲੀ ਚੱਲਦੀ ਹੈ, ਕਿਸੇ ਨੂੰ 2 ਚੱਲਦੀ ਹੈ, ਕਿਸੇ ਨੂੰ ਅਸੀਂ ਹੋਮ ਡੋਜ਼ ਦੇ ਦਿੰਦੇ ਹਾਂ। ਜਿਹੜੇ ਲੋਕ ਰੋਜ਼ ਨਹੀਂ ਆ ਸਕਦੇ ਉਹਨਾਂ ਨੂੰ ਆਪਾਂ ਹੋਮ ਡੋਜ਼, ਕੁਝ ਲੋਕਾਂ ਨੂੰ ਹੋਮ ਡੋਜ਼ ਆਪਾਂ ਜ਼ਿਆਦਾ ਤੋਂ ਜ਼ਿਆਦਾ 7 ਡੇਜ਼ ਦੀ ਦਿੰਦੇ ਹਾਂ। ਔਰ ਕੁਝ ਲੋਕ ਐਸੇ ਹੈ ਜਿਨ੍ਹਾਂ ਨੂੰ ਆਪਾਂ ਰੈਫਰ ਕਰ ਦਿੰਦੇ ਹਾਂ ਅੰਮ੍ਰਿਤਸਰ ਮੇਨ ਸੈਂਟਰ 'ਤੇ। ਔਰ ਬਾਕੀ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਹਸਪੀਟਲ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟਸ ਹੋਣ ਵਾਲੀਆਂ, ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਰੋਲ ਤੇ ਗਵਰਨਮੈਂਟ ਦਾ ਹੀ ਹੁੰਦਾ ਹੈ। ਵੀ ਆਰ ਦਾ ਸਟਾਫ ਮੈਂਬਰਸ। ਜਿੰਨੀਆਂ ਫੈਸਿਲਿਟੀ ਸਾਡੇ ਕੋਲ ਹੋਣਗੀਆਂ ਅਸੀਂ ਯੂਜ਼ ਕਰਾਂਗੇ, ਅਸੀਂ ਪੇਸ਼ੈਂਟਸ ਨੂੰ ਦੇਵਾਂਗੇ, ਅਸੀਂ ਆਪਣੀ ਪ੍ਰੈਜ਼ੈਂਸ ਜਿਹੜੀ ਹੈ ਉਹ ਯਕੀਨੀ ਬਣਾ ਸਕਦੇ ਹਾਂ। ਪਰ ਜਿਹੜੀ ਇਕਵਿਪਮੈਂਟ ਦੀ ਕਮੀ ਹੈ, ਜਿਹੜੀ ਸਟਾਫ ਦੀ ਕਮੀ ਹੈ, ਉਹ ਤਾਂ ਸਰਕਾਰ ਨੇ ਹੀ ਪੂਰੀ ਕਰਨੀ ਹੈ। ਔਰ ਸਾਡਾ ਜਿਹੜਾ ਬਾਬਾ ਬਕਾਲਾ ਸੈਂਟਰ ਹੈ ਤੇ OPD ਕਾਫੀ ਅੱਛੀ ਹੈ। ਔਰ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਸਰਵਿਸਿਜ਼ ਇੱਥੇ ਮਿਲ ਰਹੀਆਂ ਉਹ ਤਾਂ ਚੰਗੀਆਂ ਹੀ ਮਿਲ ਰਹੀਆਂ। ਡਿਲੀਵਰੀਜ਼ ਵੀ ਹੁੰਦੀਆਂ ਨੇ, ਸਿਜ਼ੇਰੀਅਨਸ ਹੁੰਦੇ ਆ, ਸਰਜਨ ਸਾਡੇ ਕੋਲ ਹੈਗੇ ਆ, ਐਨਸਥੀਸੀਆ ਵਾਲੇ ਡਾਕਟਰਸ ਹੈਗੇ ਆ। ਮੈਡੀਸਿਨ ਵਾਲੇ ਡਾਕਟਰਸ ਦੀ ਕਮੀ ਹੈ ਸਾਡੇ ਕੋਲ, ਸਾਨੂੰ ਥੋੜ੍ਹਾ ਮੁਸ਼ਕਿਲ ਆਉਂਦੀ ਵੀ ਕਾਫੀ। ਔਰ ਸਾਡੀ ਇਹੀ ਰਿਕੁਐਸਟ ਹੈ ਸਰਕਾਰ ਅੱਗੇ ਕਿ ਇਹ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾਣ, ਤਾਂ ਕਿ ਅਸੀਂ ਇੰਨੀ ਦੂਰੋਂ ਆਉਂਦੇ ਹਾਂ ਪੈਰੀਫਰੀ ਵਿੱਚ, ਪੇਸ਼ੈਂਟਸ ਨੂੰ ਸਾਡੇ ਹੋਰ ਸਟਾਫ ਮੈਂਬਰਸ ਵੀ ਆਉਂਦੇ ਆ, ਤਾਂ ਇਹਨਾਂ ਪੇਸ਼ੈਂਟਸ ਵਾਸਤੇ ਆਈਦਾ। ਕਰੋਨਾ ਪੀਰੀਅਡ ਦੇ ਵਿੱਚ ਸਾਡੇ ਸਟਾਫ ਮੈਂਬਰਸ, ਜਦੋਂ ਕੋਈ ਉਹਨਾਂ ਦਾ ਰਿਸ਼ਤੇਦਾਰ ਕੋਲ ਨਹੀਂ ਸੀ ਹੁੰਦਾ ਕਰੋਨਾ ਵਾਲਾ, ਸਾਡੇ ਸਟਾਫ ਮੈਂਬਰ ਜਾ ਕੇ ਕ੍ਰੀਮੇਸ਼ਨ ਕਰਦੇ ਸੀ, ਘਰੋਂ ਘਰੀ ਜਾ ਕੇ ਸਰਵਿਸਿਜ਼ ਪ੍ਰੋਵਾਈਡ ਕਰਦੇ ਸੀ। ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਰਕਾਰੀ ਹਸਪਤਾਲ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਕੋਈ ਸਹੂਲਤ ਨਹੀਂ ਮਿਲਦੀ। ਇੱਕ ਸਰਕਾਰੀ ਹਸਪਤਾਲ ਦੇ ਮੁਲਾਜ਼ਮ ਵੀ ਐਸੇ ਹੈਗੇ ਨੇ ਜਿਹੜੇ ਘਰੋਂ ਘਰੀ ਜਾ ਕੇ ਹਰ ਜਗ੍ਹਾ ਜਾ ਕੇ ਪਹੁੰਚਦੇ ਆ ਔਰ ਲੋਕਾਂ ਨੂੰ ਸਹੂਲਤ ਦਿੰਦੇ। ਕੋਈ ਪ੍ਰਾਈਵੇਟ ਹਸਪੀਟਲ ਤੁਸੀਂ ਮੈਨੂੰ ਦੱਸੋ ਜਿਹੜਾ ਕਿ ਕਰੋਨਾ ਪੀਰੀਅਡ ਦੇ ਵਿੱਚ ਅੱਗੇ ਆਇਆ ਹੋਵੇ ਵੋਲੰਟੀਅਰ ਕਰਨ ਵਾਸਤੇ। ਲੇਕਿਨ ਸਾਡੇ ਮੁਲਾਜ਼ਮ ਕਰੋਨਾ ਪੀਰੀਅਡ ਦੇ ਵਿੱਚ ਵੀ ਪਿੱਛੇ ਨਹੀਂ ਹਟੇ ਔਰ ਪੂਰੀ ਤਨਦੇਹੀ ਨਾਲ ਉਹਨਾਂ ਨੇ ਕੰਮ ਕੀਤਾ। ਇਹ ਤੇ ਤੁਹਾਨੂੰ ਇਹ ਤਾਂ ਰਿਕਾਰਡ ਬੋਲਦਾ ਜੀ, ਸਭ ਨੂੰ ਪਤਾ ਹੀ ਹੈ। ਔਰ ਸਾਡੇ ਕਈ ਵੈਕਸੀਨੇਸ਼ਨ ਅਸੀਂ ਬਹੁਤ ਕੀਤੀ। ਅਸੀਂ ਕਈ ਸਾਡੇ ਮੁਲਾਜ਼ਮਾਂ ਨੇ ਕਰੋਨਾ ਵਿੱਚ, ਡੇਂਗੂ ਵਿੱਚ, ਕਰੋਨਾ ਵਿੱਚ ਆਪਣੀ ਜਾਨ ਵੀ ਗਵਾਈ ਹੈ ਜੀ। ਉਹ ਇਨਫੈਕਟਿਡ ਹੋ ਗਏ, ਕਈ ਲੋਕਾਂ ਨੂੰ, ਕਈ ਪੋਜ਼ੀਟਿਵ ਹੋ ਗਏ, ਕਈ ਪਤਾ ਹੀ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਔਰ ਬਾਕੀ ਅਸੀਂ ਅੱਗੋਂ ਵੀ ਜਿੰਨਾ ਕਿ ਇੰਪਰੂਵ ਹੋ ਸਕੇਗਾ ਆਪਾਂ ਕਰਾਂਗੇ। MLA ਸਾਹਿਬ ਆਏ ਸੀ ਸਾਡੇ ਕੋਲ, ਉਹ ਸਾਡੀਆਂ ਸਾਰੀਆਂ ਜ਼ਰੂਰਤਾਂ ਨਾਲ ਜਾਣੂ ਅਸੀਂ ਉਹਨਾਂ ਨੂੰ ਕਰਵਾਇਆ। ਉਹਨਾਂ ਦਾ ਰਿਸਪੌਂਸ ਬਹੁਤ ਪੋਜ਼ੀਟਿਵ ਸੀ, ਉਹ ਸਾਡੇ ਨਾਲ ਪੋਜ਼ੀਟਿਵਲੀ ਚੱਲਣ ਨੂੰ ਤਿਆਰ ਹੈਗੇ ਆ। ਔਰ ਉਹ ਕਹਿੰਦੇ ਕਿ ਮੇਰੀ ਕੋਸ਼ਿਸ਼ ਇਹੀ ਹੋਏਗੀ
ਕਿ ਜਿੰਨੀਆਂ ਕਮੀਆਂ ਪੇਸ਼ੀਆਂ ਹਸਪੀਟਲ ਦੀਆਂ ਉਹ ਮੈਂ ਪੂਰੀਆਂ ਕਰਾਂ ਔਰ ਜਿੰਨਾ ਆਪਾਂ ਇਹਦਾ ਮਿਆਰ ਜਿਹੜਾ ਤਾਂ ਚੱਕ ਕੇ ਹਸਪੀਟਲ ਦਾ ਉਹਨਾਂ ਆਪਾਂ ਕੋਸ਼ਿਸ਼ ਕਰਾਂਗੇ। ਹਸਪੀਟਲ ਵਿੱਚ ਪੋਸਟਮਾਰਟਮ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਜੀ। ਉਹਦੇ ਵਾਸਤੇ ਸਾਨੂੰ ਕਈ ਵਾਰੀ ਬੋਡੀ ਨੂੰ ਪ੍ਰੀਜ਼ਰਵ ਕਰਨਾ ਪੈਂਦਾ ਹੈ, ਲੇਕਿਨ ਸਾਡੀ ਜਿਹੜੀ ਕੈਂਡੀ ਹੈ ਅਸੀਂ 2-3 ਵਾਰੀ ਠੀਕ ਵੀ ਕਰਵਾ ਚੁੱਕੇ ਹਾਂ। ਜਿਹੜੀ ਸਾਡੇ ਬਾਬਾ ਬਕਾਲਾ ਸਾਹਿਬ ਨੂੰ ਕੈਂਡੀ ਅਲੋਟ ਹੋਈ ਸੀ ਉਹ ਕੈਂਡੀ ਹੈੱਡਕੁਆਟਰਸ ਵੱਲੋਂ ਸਿਵਲ ਹਸਪੀਟਲ ਅਜਨਾਲਾ ਵਿੱਚ ਭੇਜ ਦਿੱਤੀ ਗਈ। ਸਾਡੀ ਇਹ ਵੀ ਮੰਗ ਹੈ ਕਿ ਸਾਡੀ ਜਿਹੜੀ ਕੈਂਡੀ ਸਾਨੂੰ ਨਵੀਂ ਪ੍ਰੋਵਾਈਡ ਕਰਵਾਈ ਜਾਏ ਜਾਂ ਸਾਡੀ ਇਕੁਇਪਮੈਂਟ ਜਿਹੜੀ ਕੋਈ ਇਕੁਇਪਮੈਂਟ ਅਲੋਂਗ ਵਿਦ ਦ ਸਟਾਫ ਮੈਂਬਰ ਸਾਨੂੰ ਸਭ ਕੁਝ ਵਾਪਸ ਚਾਹੀਦਾ ਹੈ ਸਿਵਲ ਹਸਪੀਟਲ ਬਾਬਾ ਬਕਾਲਾ ਸਾਹਿਬ। ਪਾਰਕਿੰਗ ਜਿਹੜੀ ਮੈਡਮ ਇਹਦਾ ਕੰਟਰੈਕਟ ਦਿੱਤਾ ਹੋਇਆ ਜਾਂ ਫਿਰ ਪਾਰਕਿੰਗ ਦੇ ਕੰਟਰੈਕਟ ਦੇ ਟੈਂਡਰ ਅਸੀਂ ਕੱਢੇ ਹੋਏ ਆ ਜੀ। ਉਹਦੇ ਵਾਸਤੇ ਸਾਡੇ ਕੋਲ ਹਾਲੇ ਕੋਈ ਕੰਟਰੈਕਟਰ ਨਹੀਂ ਆਇਆ। ਕੈਂਟੀਨ ਵਾਸਤੇ ਵੀ ਆਪਾਂ ਕੰਟਰੈਕਟ ਆਪਾਂ ਕੱਢੇ ਹੋਏ ਆ ਔਰ ਉਹਦਾ ਐਵੀਡੈਂਸ ਜਿਹੜਾ ਜਲਦੀ ਸਾਡੇ ਡੀਲਿੰਗ ਹੈਗੇ ਆ ਉਹਨਾਂ ਕੋਲ ਤੁਹਾਨੂੰ ਮਿਲ ਜਾਏਗਾ ਔਰ ਹਾਲੇ ਤੱਕ ਕੋਈ ਨਹੀਂ ਆਇਆ ਜੀ, ਕਿਉਂਕਿ ਗਵਰਨਮੈਂਟ ਨੇ ਉਹਦੀ ਬੀਡੀ ਬਹੁਤ ਹਾਈ ਰੱਖੀ ਹੈ। ਫਿਰ ਮਜਬੂਰੀ ਵਿੱਚ ਅਸੀਂ ਪੁਰਾਣੇ ਵਾਲਾ ਜਿਹੜਾ ਕੰਟਰੈਕਟਰ ਹੈ ਉਹਨੂੰ ਹੀ ਹਾਲੇ ਫॉर ਦ ਟਾਈਮ ਬੀਇੰਗ ਕੰਟੀਨਿਊ ਕਰ ਰਹੇ ਹਾਂ। ਅਦਰਵਾਈਜ਼ ਇੱਥੇ ਪਾਰਕਿੰਗ ਦੀ ਸਮੱਸਿਆ ਵੀ ਬਹੁਤ ਹੋ ਜਾਏਗੀ। ਨਵੇਂ ਟੈਂਡਰ ਅਸੀਂ ਕੱਢੇ ਹੋਏ ਆ ਔਰ ਹੁਣ ਉਹਦੀ ਆਪਾਂ ਕਾਰਵਾਈ ਜਿਹੜੀ ਪੂਰੀ ਕਰਾਂਗੇ। ਕੈਂਟੀਨ ਵਾਸਤੇ ਸਾਡੇ ਕੋਲ ਪ੍ਰੋਪਰ ਸਪੇਸ ਨਹੀਂ ਹੈਗੀ। ਵੀ ਆਰ ਟਰਾਈਂਗ ਕਿ ਹੁਣ ਜਦੋਂ ਰੈਨੋਵੇਸ਼ਨ ਹੋਏਗੀ ਤੇ ਅਸੀਂ ਉਹਦੇ ਵਿੱਚ ਇੱਕ ਪ੍ਰੋਪਰ ਕੈਂਟੀਨ ਬਣਾਵਾਂਗੇ ਔਰ ਅਗਰ ਸਾਡੇ ਟੈਂਡਰ ਵਿੱਚ ਆ ਜਾਂਦੇ ਨੇ ਕੰਟਰੈਕਟਰ ਤੇ ਫਿਰ ਇਹ ਕੰਮ ਜਰਾ ਹੋਰ ਐਕਸਪੀਡਾਈਟ ਹੋ ਜਾਏਗਾ ਜੀ, ਸਪੀਡ ਨਾਲ ਹੋ ਜਾਏਗਾ। ਡਾਈਟ ਵੀ ਪੇਸ਼ੈਂਟ ਨੂੰ ਦਿੱਤੀ ਜਾਂਦੀ। ਹਾਂ, ਡਾਈਟ ਆਪਾਂ ਪੇਸ਼ੈਂਟਸ ਨੂੰ ਦਿੰਦੇ ਹਾਂ, ਉਹ ਅਸੀਂ ਆਊਟਸੋਰਸਿੰਗ ਕਰ ਲੈਂਦੇ ਹਾਂ, ਮਤਲਬ ਬਾਹਰੋਂ ਮੰਗਵਾ ਲੈਂਦੇ ਹਾਂ ਡਾਈਟ। ਜਿਹੜੇ ਵਾਰਡਸ ਦੇ ਵਿੱਚ ਜਿਹੜੇ ਆਪਣੇ ਜਨੇਪੇ ਵਾਲੇ ਕੇਸਾਂ ਦੇ ਜਿਹੜਾ ਮੇਨ ਆਪਾਂ ਉਹਨਾਂ ਨੂੰ ਪ੍ਰੋਵਾਈਡ ਕਰਨੀ ਹੁੰਦੀ ਹੈ ਜੀ, ਉਹ ਅਸੀਂ ਅੰਡਰ JSY ਸਕੀਮ ਤੇ NHM ਦੇ ਅੰਡਰ ਸਾਨੂੰ ਜੋ ਵੀ ਫੈਸਿਲਿਟੀਜ਼ ਪ੍ਰੋਵਾਈਡ ਹੁੰਦੀਆਂ ਅਸੀਂ ਉਹਨਾਂ ਨੂੰ ਮੈਕਸਿਮਮ ਯੂਜ਼ ਕਰਦੇ ਹਾਂ। ਰੇਡੀਓਲੋਜਿਸਟ ਸਾਡੇ ਕੋਲ ਕੋਈ ਨਹੀਂ ਹੈਗੇ ਜੀ, ਨਾ ਹੀ ਸਾਡੇ ਕੋਲ ਕੋਈ ਅਲਟਰਾਸਾਊਂਡ ਮਸ਼ੀਨ ਹੈ, ਨਾ ਕੋਈ CT ਸਕੈਨ ਦੀ ਮਸ਼ੀਨ ਹੈ ਜੀ। ਸਾਡੇ ਕੋਲ ਸਿਰਫ ਇੱਕ ਡਿਜੀਟਲ ਐਕਸਰੇ ਹੁੰਦਾ ਹੈ, ਉਹ ਵਾਲੀਆਂ ਫੈਸਿਲਿਟੀਜ਼ ਆਪਾਂ ਪੇਸ਼ੈਂਟਸ ਨੂੰ ਦਿੰਦੇ ਹਾਂ। ਸੋ ਇਹ ਸਾਰੀਆਂ ਸਰਵਿਸਿਜ਼ ਸਾਨੂੰ ਆਊਟਸੋਰਸ ਕਰਨੀਆਂ।